ਓਸ਼ੋ ਦੇ ਲੈਕਚਰ ਇੱਕ ਓਂਕਾਰ ਸਤਨਾਮ। ਉਸ ਦਾ ਨਾਮ ਜਿਹਨੂੰ ਨਾਨਕ ਇੱਕ ਓਂਕਾਰ ਕਹਿੰਦੇ ਹਨ, ਉਹੀ ਕੁੰਜੀ ਹੈ। ਉਸੇ ਕੁੰਜੀ ਨਾਲ ਉਹਦਾ ਦਰਵਾਜ਼ਾ ਖੁੱਲ੍ਹੇਗਾ। ਤੇ ਜੇਕਰ ਇੱਕ ਓਂਕਾਰ ਦੀ ਸੁਰਤ ਤੁਹਾਡੇ ਅੰਦਰ ਬੈਠਣ ਲੱਗ ਪਈ ਤਾਂ ਉਹ ਕੁੰਜੀ ਤੁਸੀਂ ਆਪਣੇ ਅੰਦਰ ਢਾਲ ਲਓਗੇ। ਉਹ ਕੁੰਜੀ ਕੁਛ ਅਜਿਹੀ ਨਹੀਂ ਕਿ ਕੋਈ ਤੁਹਾਨੂੰ ਦੇ ਦੇਵੇ, ਉਹ ਤੁਹਾਨੂੰ ਢਾਲਣੀ ਪਏਗੀ। ਤੁਹਾਨੂੰ ਹੀ ਉਹ ਕੁੰਜੀ ਬਣ ਜਾਣਾ ਪਏਗਾ। ਤੁਸੀਂ ਹੀ ਹੌਲੀ ਹੌਲੀ ਇੱਕ ਓਂਕਾਰ ਦੀ ਧੁਨ 'ਚ ਗੂੰਜਦੇ ਗੂੰਜਦੇ ਕੁੰਜੀ ਬਣ ਜਾਓਗੇ। ਤੁਹਾਡੇ 'ਚ ਹੀ ਉਹ ਕਾਬਲੀਅਤ ਪ੍ਰਗਟ ਹੋ ਜਾਏਗੀ ਕਿ ਉਹਦੇ ਦਰਵਾਜ਼ੇ ਨੂੰ ਤੁਸੀਂ ਖੋਲ੍ਹ ਦਿਓ। ਮਨੁੱਖ ਦੀਆਂ ਦੋ ਅਵਸਥਾਵਾਂ ਹਨ। ਇੱਕ ਅਵਸਥਾ ਹੈ ਵਿਚਾਰ ਦੀ, ਇੱਕ ਅਵਸਥਾ ਹੈ ਨਿਰਵਿਚਾਰ ਦੀ। ਵਿਚਾਰ ਦੀ ਅਵਸਥਾ 'ਚ ਤੁਸੀਂ ਹੋ ਜਿੱਥੇ ਮਨ 'ਚ ਤੂਫਾਨ ਤੁਰਦੇ ਹੀ ਰਹਿੰਦੇ ਹਨ। ਮਨ ਦਾ ਆਕਾਸ਼ ਸਦਾ ਬੱਦਲਾਂ ਨਾਲ ਘਿਰਿਆ ਹੀ ਰਹਿੰਦਾ ਹੈ। ਉਹਾ ਪੋਹ ਅਨੰਤ ਵਿਚਾਰ, ਇੱਕ ਭੀੜ ਮਨ 'ਚ ਲੱਗੀ ਰਹਿੰਦੀ ਹੈ, ਇੱਕ ਬਾਜ਼ਾਰ ਭਰਿਆ ਹੋਇਆ ਹੈ, ਇੱਕ ਵਿਕਸ਼ਿਪਤ ਦਸ਼ਾ ਹੈ। ਇਹ ਦੂਜੀ ਅਵਸਥਾ ਹੈ ਨਿਰਵਿਚਾਰ ਦੀ, ਜਿੱਥੇ ਬਾਜ਼ਾਰ ਖਾਲੀ ਹੋ ਗਿਆ, ਦੁਕਾਨਾਂ ਬੰਦ ਹੋ ਗਈਆਂ, ਵਿਚਾਰ ਜਾ ਚੁੱਕੇ, ਹੱਟ ਉੱਜੜ ਗਏ, ਸੰਨਾਟਾ ਹੋ ਗਿਆ, ਚੁੱਪੀ ਹੋ ਗਈ। ਜਦ ਤੱਕ ਤੁਸੀਂ ਵਿਚਾਰਾਂ ਨਾਲ ਭਰੇ ਹੋ ਤਦ ਤੱਕ ਤੁਸੀਂ ਸੰਸਾਰ ਨਾਲ ਜੁੜੇ ਰਹੋਗੇ। ਜਿਵੇਂ ਤੁਸੀਂ ਨਿਰਵਿਚਾਰ ਹੋਏ ਕਿ ਪਰਮਾਤਮਾ ਦੇ ਨਾਲ ਜੁੜ ਗਏ, ਤੁਸੀਂ ਖਾਲੀ ਹੋਏ ਕਿ ਦਰਵਾਜ਼ਾ ਖੁੱਲ੍ਹਿਆ। ਵਿਚਾਰ ਤੋਂ ਨਿਰਵਿਚਾਰ ਤੱਕ ਜਾਣ ਦੀ ਜਿਹੜੀ ਕੁੰਜੀ ਹੈ, ਉਹ ਉਹਦਾ ਨਾਮ ਹੈ। ਇੱਕ ਓਂਕਾਰ ਦੀ ਧੁਨ ਤੁਹਾਡੇ ਅੰਦਰ ਸਮਾ ਜਾਏ। ਪਹਿਲਾਂ ਤਾਂ ਇੱਕ ਓਂਕਾਰ ਦਾ ਜਪ ਸਵੇਰੇ ਉੱਠ ਗਏ ਜਾਂ ਰਾਤ ਕਦੇ ਇਕਾਂਤ ਹਨੇਰੇ 'ਚ ਬੈਠ ਗਏ, ਆਪਣੇ ਕਮਰੇ 'ਚ ਤੇ ਜ਼ੋਰ ਨਾਲ ਇੱਕ ਓਂਕਾਰ ਦਾ ਉਚਾਰਨ ਕੀਤਾ ਕਿ ਤੁਹਾਡੇ ਚੌਂਹੀ ਪਾਸੇ ਇੱਕ ਓਂਕਾਰ ਦੀ ਧੁਨ ਗੂੰਜਣ ਲੱਗੇ। ਤੇ ਇੱਕ ਓਂਕਾਰ ਵੱਡਾ ਮਿੱਠਾ ਸੰਗੀਤ ਹੈ, ਕਿਉਂਕਿ ਉਹ ਆਨੰਦ ਦਾ ਸੰਗੀਤ ਹੈ। ਇੱਕ ਓਂਕਾਰ ਕੋਈ ਮਨੁੱਖ ਦੀ ਬਣਾਈ ਧੁਨ ਨਹੀਂ ਹੈ, ਉਹ ਕੁਦਰਤ 'ਚ ਗੂੰਜਦੀ ਹੋਈ ਗਤੀ ਹੈ। ਜਿਵੇਂ ਹੀ ਤੁਸੀਂ ਇੱਕ ਓਂਕਾਰ ਦੀ ਧੁਨੀ ਜ਼ੋਰ ਨਾਲ ਕਹੋਗੇ, ਤੁਹਾਡੇ ਚਾਰੇ ਪਾਸੇ ਤੁਹਾਡੇ ਰੋਮ ਰੋਮ 'ਚ ਉਹਦੀ ਛਾਪ ਅੰਕਿਤ ਹੋਣ ਲੱਗ ਪਏਗੀ। ਉਹ ਜਾਪ ਦੀ ਸਥਿਤੀ ਹੈ, ਜਪ। ਫਿਰ ਹੌਲੀ ਹੌਲੀ ਹੋਂਠ ਬੰਦ ਕਰ ਲੈਣਾ। ਜਿਸ ਤਰ੍ਹਾਂ ਬਾਹਰ ਇੱਕ ਓਂਕਾਰ ਨੂੰ ਗੁੰਜਾ ਰਹੇ ਸੀ, ਉਸੇ ਤਰ੍ਹਾਂ ਅੰਦਰ ਗੁੰਜਾਉਣਾ। ਤਦ ਹੋਠ ਬੰਦ ਰਹਿਣਗੇ, ਜੀਭ ਸ਼ਾਂਤ ਰਹੇਗੀ, ਕੰਠ ਚੁੱਪ ਰਹੇਗਾ, ਸਿਰਫ ਮਨ 'ਚ ਹੀ ਗੂੰਜ ਹੋਏਗੀ। ਇਹ ਜਾਪ ਤੇ ਅਜਾਪ ਦੇ ਵਿਚਕਾਰਲੀ ਮੱਧ ਘੜੀ ਹੈ। ਇਹ ਗੂੰਜ ਅੰਦਰ ਵੱਧਦੀ ਜਾਏ ਤਾਂ ਹੌਲੀ ਹੌਲੀ ਤੁਸੀਂ ਇਸ ਗੂੰਜ ਨੂੰ ਕਰਨਾ ਵੀ ਤੇ ਸੁਣਨਾ ਵੀ, ਦੋ ਕੰਮ ਕਰਨਾ। ਅੰਦਰ ਇੱਕ ਓਂਕਾਰ ਦੀ ਗੂੰਜ ਵੀ ਕਰਨਾ ਤੇ ਸੁਣਨਾ ਵੀ ਕਿ ਇਹ ਗੂੰਜ ਹੋ ਰਹੀ ਹੈ। ਫਿਰ ਹੌਲੀ ਹੌਲੀ ਕਰਨੇ ਨੂੰ ਛੱਡਦੇ ਜਾਣਾ, ਸੁਣਨੇ ਨੂੰ ਵਧਾਉਂਦੇ ਜਾਣਾ। ਤੇ ਇੱਕ ਅਜਿਹੀ ਘੜੀ ਆਉਂਦੀ ਹੈ ਜਦ ਕਰਨਾ ਤੁਸੀਂ ਬੰਦ ਕਰ ਦਿੰਦੇ ਹੋ, ਗੂੰਜ ਆਪਣੇ ਆਪ ਹੁੰਦੀ ਹੈ, ਤੁਸੀਂ ਕੇਵਲ ਸੁਣਦੇ ਹੋ। ਤਦ ਅਜੱਪਾ ਜਾਪ ਸ਼ੁਰੂ ਹੋ ਗਿਆ। ਜਦ ਗੂੰਜ ਆਪਣੇ ਆਪ ਹੁੰਦੀ ਹੈ ਤਦ ਅਸਲੀ ਇੱਕ ਓਂਕਾਰ ਪ੍ਰਗਟ ਹੋਇਆ। ਹੁਣ ਇਹ ਤੁਸੀਂ ਨਹੀਂ ਕਰ ਰਹੇ ਹੋ, ਇਹ ਹੁਣ ਤੁਹਾਡੀ ਹੋਂਦ ਵਿੱਚੋਂ ਪ੍ਰਗਟ ਹੋ ਰਹੀ ਹੈ। ਹੁਣ ਇਹ ਤੁਹਾਡੇ ਜੀਵਨ ਦੇ ਅੰਦਰ ਵਗਦੇ ਹੋਏ ਝਰਨੇ ਦਾ ਨਾਦ ਹੈ। ਜਿਸ ਦਿਨ ਤੁਸੀਂ ਇਹਨੂੰ ਸੁਣ ਲਓਗੇ, ਫਿਰ ਤੁਸੀਂ ਉਹਨੂੰ 24 ਘੰਟੇ ਸੁਣ ਸਕਦੇ ਹੋ, ਕਿਉਂਕਿ ਇਹ ਤਾਂ ਹੋ ਹੀ ਰਿਹਾ ਹੈ। ਇਹਨੂੰ ਕਰਨ ਦੀ ਜ਼ਰੂਰਤ ਨਹੀਂ ਹੈ। ਤੁਸੀਂ ਜਦ ਵੀ ਜ਼ਰਾ ਕੁ ਅੰਦਰ ਅੱਖਾਂ ਬੰਦ ਕਰੋਗੇ, ਉੱਥੇ ਨਾਦ ਸੁਣਾਈ ਦੇਣ ਲੱਗ ਪਏਗਾ। ਜਦ ਵੀ ਚਿੰਤਾ ਫੜੇ, ਤਣਾਓ ਫੜੇ, ਬੇਚੈਨੀ ਹੋਵੇ, ਗੁੱਸਾ ਆਏ, ਤੁਸੀਂ ਅੱਖਾਂ ਬੰਦ ਕਰਕੇ ਜ਼ਰਾ ਇਸ ਨਾਦ ਨੂੰ ਸੁਣ ਲੈਣਾ। ਇੱਕ ਨਾਦ ਦੀ ਭਣਕ, ਗੁੱਸਾ ਚਲਾ ਜਾਏਗਾ। ਨਾਦ ਦਾ ਜ਼ਰਾ ਕੁ ਜਿੰਨਾ ਬੋਧ, ਨਫ਼ਰਤ ਸਮਾਪਤ ਹੋ ਜਾਏਗੀ। ਨਾਦ ਦਾ ਜ਼ਰਾ ਕੁ ਸਮਰਨ ਤੇ ਤੁਸੀਂ ਪਾਓਗੇ ਕਿ ਚਿੱਤ ਜਿਹਨੇ ਤੁਹਾਨੂੰ ਬੇਚੈਨ ਕੀਤਾ ਹੋਇਆ ਸੀ, ਉਸੇ ਪਲ ਹਟ ਗਿਆ। ਇਵੇਂ ਹੀ ਹੋ ਜਾਂਦਾ ਹੈ ਜਿਵੇਂ ਹਨੇਰੇ ਨਾਲ ਘਰ ਭਰਿਆ ਹੋਵੇ, ਤੁਸੀਂ ਟਾਰਚ ਦਾ ਬਟਨ ਦਬਾਓ, ਚਾਨਣਾ ਹੋ ਜਾਂਦਾ ਹੈ ਤੇ ਹਨੇਰਾ ਗੁਆਚ ਜਾਂਦਾ ਹੈ। ਇਸੇ ਤਰ੍ਹਾਂ ਅੰਦਰ ਦੇ ਨਾਦ ਨੂੰ ਤੁਸੀਂ ਸੁਣੋ। ਘੜੀ ਪਲ ਲਈ ਵੀ ਤੁਸੀਂ ਸੁਣ ਲਓ ਤਾਂ ਬਾਹਰ ਦਾ ਜਿਹੜਾ ਵੀ ਹਨੇਰਾ ਸੀ, ਉਸੇ ਵੇਲੇ ਟੁੱਟ ਜਾਂਦਾ ਹੈ। ਇਸੇ ਲਈ ਤਾਂ ਨਾਨਕ ਇੰਨਾ ਜ਼ੋਰ ਦਿੰਦੇ ਹਨ, ਇੱਕ ਓਂਕਾਰ ਸਤਨਾਮ। ਸਾਰੀ ਸਾਧਨਾ ਉਹਨਾਂ ਦੀ ਇਸ ਵਾਸਤਵਿਕ ਅਸਲੀ ਇੱਕ ਓਂਕਾਰ ਦੇ ਨਾਦ ਨੂੰ ਪਾ ਲੈਣ ਦੀ ਹੈ। ਇਸੇ ਨੂੰ ਉਹਨਾਂ ਨੇ ਸ਼ਬਦ ਕਿਹਾ ਹੈ, ਇਸੇ ਨੂੰ ਉਹ ਨਾਉ ਕਹਿੰਦੇ ਹਨ। ਤੇ ਨਾਨਕ ਕਹਿੰਦੇ ਹਨ, ਤੇਰੇ ਤੋਂ ਵੀ ਵੱਡਾ ਤੇਰਾ ਨਾਉ ਹੈ। ਤੂੰ ਅੰਤਹੀਣ ਹੈ, ਤੂੰ ਵਿਰਾਟ ਹੈ,
ਤੇਰੇ ਤੋਂ ਵੀ ਵੱਡਾ ਤੇਰਾ ਨਾਮ ਹੈ, ਕਿਉਂਕਿ ਸਾਡੇ ਲਈ ਤਾਂ ਨਾਂ ਦਾ ਹੀ ਸਹਾਰਾ ਹੈ। ਨਾਂ ਦੇ ਨਾਲ ਹੀ ਅਸੀਂ ਤੇਰੇ ਨਾਲ ਜੁੜਾਂਗੇ। ਤੂੰ ਹੈ ਵੀ, ਸਾਨੂੰ ਪਤਾ ਨਹੀਂ। ਨਾਮ ਨਾਲ ਹੀ ਸਾਨੂੰ ਤੇਰੀ ਖਬਰ ਮਿਲੇਗੀ। ਨਾਮ ਦੇ ਨਾਲ ਹੀ ਅਸੀਂ ਹੌਲੀ ਹੌਲੀ ਤੇਰੇ ਵੱਲ ਖਿੱਚੇ ਜਾਵਾਂਗੇ। ਤੇ ਇੱਕ ਇਹੋ ਜਿਹੀ ਘੜੀ ਵੀ ਆਉਂਦੀ ਹੈ ਜਦ ਨਾਦ ਆਪਣੇ ਆਪ ਗੂੰਜਦਾ ਹੈ ਤਾਂ ਤੁਸੀਂ ਖਿੱਚ ਲਏ ਜਾਂਦੇ ਹੋ ਪਰਮਾਤਮਾ ਵੱਲ। ਵਿਗਿਆਨਕ ਕਹਿੰਦੇ ਹਨ ਇੱਕ ਊਰਜਾ ਹੈ ਜਿਹਦਾ ਨਾਂ ਗ੍ਰੈਵੀਟੇਸ਼ਨ, ਗੁਰੂਤਵਾਕਰਸ਼ਣ। ਅਸੀਂ ਧਰਤੀ ਉੱਤੇ ਇਸ ਲਈ ਹਾਂ ਕਿ ਧਰਤੀ ਸਾਨੂੰ ਖਿੱਚੀ ਰੱਖਦੀ ਹੈ। ਜੇਕਰ ਧਰਤੀ ਸਾਨੂੰ ਛੱਡ ਦੇਵੇ ਅਸੀਂ ਆਕਾਸ਼ 'ਚ ਗੁਆਚ ਜਾਈਏ। ਧਰਤੀ ਸਾਨੂੰ ਆਪਣੇ ਵੱਲ ਖਿੱਚ ਕੇ ਰੱਖਦੀ ਹੈ। ਇਸ ਲਈ ਤਾਂ ਪੱਥਰ ਨੂੰ ਅਸੀਂ ਉਤਾਂਹ ਸੁੱਟਦੇ ਹਾਂ, ਉਹ ਪਰਤ ਕੇ ਧਰਤੀ ਤੇ ਆ ਡਿੱਗਦਾ ਹੈ। ਧਰਤੀ ਉਹਨੂੰ ਖਿੱਚ ਰਹੀ ਹੈ। ਹਰ ਚੀਜ਼ ਨੂੰ ਜ਼ਮੀਨ ਨੇ ਖਿੱਚ ਰੱਖਿਆ ਹੈ। ਉਹਦਾ ਨਾਮ ਗ੍ਰੈਵੀਟੇਸ਼ਨ ਇਸ ਯੁੱਗ ਵਿੱਚ ਇੱਕ ਬਹੁਤ ਮਹੱਤਵਪੂਰਨ ਇਸਤਰੀ ਹੋਈ, ਸਿਮਨ ਵੈਲ। ਉਹਨੇ ਕਿਹਾ ਕਿ ਜਿਸ ਤਰ੍ਹਾਂ ਗ੍ਰੈਵੀਟੇਸ਼ਨ ਹੈ ਉਸੇ ਤਰ੍ਹਾਂ ਇੱਕ ਹੋਰ ਸ਼ਕਤੀ ਹੈ ਜਿਹਦਾ ਨਾਮ ਹੈ ਗ੍ਰੇਸ। ਉਹਨੇ ਇੱਕ ਬਹੁਤ ਮਹੱਤਵਪੂਰਨ ਕਿਤਾਬ ਲਿਖੀ ਹੈ, ਗ੍ਰੇਸ ਐਂਡ ਗ੍ਰੈਵੀਟੇਸ਼ਨ। ਨਾ ਤਾਂ ਗ੍ਰੈਵੀਟੇਸ਼ਨ ਦਿਖਾਈ ਦਿੰਦਾ ਹੈ, ਧਰਤੀ ਦੀ ਗੁਰੂਤਾ ਖਿੱਚ ਵਿਖਾਈ ਤਾਂ ਦਿੰਦਾ ਨਹੀਂ, ਫਿਰ ਵੀ ਖਿੱਚ ਹੀ ਰੱਖਦਾ। ਹੁਣ ਵਿਗਿਆਨਕ ਚਿੰਤਾ ਕਰ ਰਹੇ ਹਨ ਕਿਉਂਕਿ ਕੱਲ੍ਹ ਹੀ ਅਖਬਾਰ 'ਚ ਖਬਰ ਸੀ ਕਿ ਗੁਰੂਤਾ ਖਿੱਚ ਘੱਟ ਹੋ ਰਿਹਾ ਹੈ। ਬਹੁਤ ਹੀ ਥੋੜ੍ਹੀ ਮਿਕਦਾਰ 'ਚ ਘੱਟ ਹੋ ਰਿਹਾ ਹੈ, ਪਰ ਘੱਟ ਹੋ ਰਿਹਾ ਹੈ। ਤੇ ਜੇਕਰ ਘਟਦਾ ਗਿਆ ਤੇ ਜ਼ਮੀਨ ਖਿੰਡ ਜਾਏਗੀ, ਕਿਉਂਕਿ ਜ਼ਮੀਨ ਨੇ ਉਸੇ ਤਾਕਤ ਦੀ ਵਜ੍ਹਾ ਨਾਲ ਚੀਜ਼ਾਂ ਨੂੰ ਫੜਿਆ ਹੋਇਆ ਹੈ। ਰੁੱਖ ਧਰਤੀ 'ਚ ਲੱਗੇ ਹੋਏ ਹਨ, ਆਦਮੀ ਧਰਤੀ ਤੇ ਟੁਰ ਰਿਹਾ ਹੈ, ਪੰਛੀ ਆਕਾਸ਼ 'ਚ ਉੱਡ ਰਹੇ ਹਨ, ਜਾਨਵਰ ਧਰਤੀ ਤੇ ਤੁਰ ਰਹੇ ਹਨ। ਸਭ ਗੁਰੂਤਾ ਖਿੱਚ ਹੈ। ਧਰਤੀ ਦਾ ਗੁਰੂਤਾ ਖਿੱਚ ਘੱਟ ਹੋ ਜਾਏ, ਉਹਦੀ ਚੁੰਬਕ ਘਟ ਜਾਏ, ਸਭ ਚੀਜ਼ਾਂ ਖਿੰਡ ਜਾਣਗੀਆਂ, ਅਨੰਤ ਵਿੱਚ ਗੁਆਚ ਜਾਣਗੀਆਂ। ਪਰ ਗੁਰੂਤਵਾਕਰਸ਼ਣ ਵਿਖਾਈ ਨਹੀਂ ਦਿੰਦਾ ਜਿਹਨੇ ਧਰਤੀ ਨਾਲ ਬੰਨਿਆ ਹੋਇਆ। ਸਿਮਨ ਵੈਲ ਨੇ ਬਹੁਤ ਚੰਗੀ ਗੱਲ ਕਹੀ ਹੈ ਕਿ ਠੀਕ ਇਸੇ ਤਰ੍ਹਾਂ ਗ੍ਰੇਸ ਵਿਖਾਈ ਨਹੀਂ ਦਿੰਦੀ। ਗ੍ਰੇਸ ਜਿਸ ਨੂੰ ਨਾਨਕ ਪ੍ਰਸਾਦ ਕਹਿੰਦੇ ਹਨ, ਕਿਰਪਾ ਕਹਿੰਦੇ ਹਨ। ਜ਼ਮੀਨ ਨੇ ਸਾਨੂੰ ਹੇਠਾਂ ਵੱਲ ਖਿੱਚ ਕੇ ਬੰਨਿਆ ਹੋਇਆ, ਉਸਨੇ ਸਾਨੂੰ ਉੱਪਰ ਵਾਲੇ ਪਾਸੇ ਬੰਨਿਆ ਹੋਇਆ। ਜਿਵੇਂ ਜਿਵੇਂ ਤੁਹਾਡੇ ਅੰਦਰ ਇੱਕ ਓਂਕਾਰ ਦਾ ਨਾਦ ਵੱਧਦਾ ਹੈ, ਉਵੇਂ ਉਵੇਂ ਜ਼ਮੀਨ ਦੀ ਕਸ਼ਿਸ਼ ਖਿੱਚ ਘੱਟ ਹੋ ਜਾਂਦੀ ਹੈ, ਉਹਦੀ ਕਸ਼ਿਸ਼ ਵੱਧਦੀ ਜਾਂਦੀ ਹੈ। ਇੱਕ ਅਜਿਹੀ ਘੜੀ ਆਉਂਦੀ ਹੈ ਤੁਸੀਂ ਬਿਲਕੁਲ ਨਿਰਭਰ ਹੋ ਜਾਂਦੇ ਹੋ। ਇਸ ਲਈ ਤਾਂ ਯੋਗੀਆਂ ਨੇ ਬਹੁਤ ਵਾਰ ਅਜਿਹਾ ਅਨੁਭਵ ਹੁੰਦਾ ਹੈ। ਇੱਥੇ ਮੇਰੇ ਕੋਲ ਜਿਹੜੇ ਲੋਕ ਗਹਿਰਾ ਧਿਆਨ ਕਰ ਰਹੇ ਹਨ, ਉਹਨਾਂ ਵਿੱਚੋਂ ਅਨੇਕਾਂ ਨੂੰ ਅਨੁਭਵ ਹੋਇਆ ਕਿ ਅਚਾਨਕ ਧਿਆਨ ਕਰਦੇ ਕਰਦੇ ਉਹਨਾਂ ਨੂੰ ਲੱਗਦਾ ਹੈ ਕਿ ਉਹ ਜ਼ਮੀਨ ਤੋਂ ਉੱਪਰ ਉੱਠ ਗਏ, ਪਰ ਉਹ ਕਿਸੇ ਨੂੰ ਵਿਖਾਈ ਨਹੀਂ ਦਿੰਦਾ ਕਿ ਉੱਠ ਗਏ। ਉਹ ਵੀ ਆਪਣੀ ਅੱਖ ਖੋਲ ਕੇ ਵੇਖਦੇ ਆ ਤਾਂ ਉੱਠੇ ਨਹੀਂ, ਆਪਣੀ ਥਾਂ ਤੇ ਬੈਠੇ ਆ, ਪਰ ਅੱਖ ਮੀਟਦੇ ਅੰਦਰ ਲੱਗਦਾ ਕਿ ਧਰਤੀ ਤੋਂ ਉੱਠੇ ਹੋਏ ਹਨ। ਉਹ ਭ੍ਰਾਂਤੀ ਨਹੀਂ ਹੈ। ਜਿਵੇਂ ਹੀ ਚਿੱਤ ਹਲਕਾ ਹੋ ਜਾਂਦਾ ਉਹਦੀ ਧੁਨੀ ਗੂੰਜਦੀ ਹੈ, ਉਸੇ ਤਰ੍ਹਾਂ ਹੀ ਵੇਟਲੈਸਨੈਸ ਦਾ ਅਨੁਭਵ ਹੁੰਦਾ ਹੈ। ਤੁਹਾਡੀ ਇਹ ਦੇਹ ਤਾਂ ਧਰਤੀ ਤੇ ਟਿਕੀ ਹੋਈ ਹੁੰਦੀ ਹੈ, ਪਰ ਤੁਹਾਡੀ ਅੰਦਰਲੀ ਦੇਹ ਧਰਤੀ ਤੋਂ ਹਟ ਜਾਂਦੀ ਹੈ, ਉੱਪਰ ਉੱਠ ਜਾਂਦੀ ਹੈ। ਤੇ ਜੇਕਰ ਇਹ ਯਾਤਰਾ ਜਾਰੀ ਰਹੇ, ਇੱਕ ਦਿਨ ਤੁਸੀਂ ਪਾਓਗੇ ਕਿ ਤੁਹਾਡੇ ਦੋ ਸਰੀਰ ਹੋ ਗਏ। ਇੱਕ ਸਰੀਰ ਧਰਤੀ ਤੇ ਬੈਠਾ ਹੈ, ਇੱਕ ਸਰੀਰ ਉੱਪਰ ਉੱਠ ਗਿਆ ਤੇ ਹੇਠਾਂ ਜ਼ਮੀਨ ਉੱਤੇ ਬੈਠੇ ਸਰੀਰ ਨੂੰ ਵੇਖ ਰਿਹਾ ਹੈ। ਉਹਨਾਂ ਦੋਹਾਂ ਦੇ ਵਿਚਕਾਰ ਪ੍ਰਕਾਸ਼ ਦਾ ਇੱਕ ਬਰੀਕ ਜਿਹਾ ਧਾਗਾ ਹੈ ਜਿਸ ਨੇ ਜੋੜਿਆ ਹੈ। ਇਸ ਲਈ ਧਿਆਨ ਰੱਖਣਾ, ਜੇਕਰ ਕੋਈ ਵੀ ਇੱਕ ਓਂਕਾਰ ਦਾ ਪ੍ਰਯੋਗ ਕਰ ਰਿਹਾ ਹੋਵੇ, ਧਿਆਨ 'ਚ ਬੈਠਾ ਹੋਵੇ, ਤਾਂ ਉਹਨੂੰ ਝੰਜੋੜ ਕੇ ਨਾ ਹਿਲਾਉਣਾ, ਉਹਨੂੰ ਕਦੇ ਧੱਕਾ ਦੇ ਕੇ ਨਾ ਉਠਾਉਣਾ, ਕਿਉਂਕਿ ਉਸ ਨਾਲ ਕਦੇ ਵੀ ਖਤਰੇ ਹੋ ਸਕਦੇ ਹਨ। ਜੇਕਰ ਉਸ ਵੇਲੇ ਉਹਦੇ ਦੋਹਾਂ ਸਰੀਰਾਂ 'ਚ ਫਾਸਲਾ ਹੋਵੇ, ਬਾਰੀਕ ਸਰੀਰ ਤੇ ਠੋਸ ਸਰੀਰ ਥੋੜ੍ਹੇ ਵੱਖਰੇ ਹੋ ਗਏ ਹੋਣ ਤੇ ਅੰਦਰਲਾ ਸਰੀਰ ਉੱਪਰ ਉੱਠ ਗਿਆ ਹੋਵੇ, ਤੁਸੀਂ ਧੱਕੇ ਦੇ ਦਿਓ ਤਾਂ ਉਹਨਾਂ ਦੋਹਾਂ ਦਾ ਸੰਤੁਲਨ ਸਦਾ ਲਈ ਵਿਗੜ ਜਾਏਗਾ। ਉਹਨਾਂ ਦੋਹਾਂ ਦੇ ਵਿਚਾਲੇ ਜਿਹੜਾ ਤਾਲਮੇਲ ਹੈ ਉਹ ਸਦਾ ਲਈ ਅਸਤ ਵਿਅਸਤ ਹੋ ਜਾਏਗਾ। ਉਹ ਤਾਲਮੇਲ ਬਹੁਤ ਮਹੀਨ ਹੈ। ਠੀਕ ਧਿਆਨ ਦੀ ਅਵਸਥਾ 'ਚ ਆਦਮੀ ਇਸ ਸਰੀਰ ਤੋਂ ਬਾਹਰ ਨਿਕਲਦਾ ਹੈ, ਫਿਰ ਵਾਪਸ ਪਰਤਦਾ ਹੈ। ਜਦ ਤੁਸੀਂ ਇਸ ਕਲਾ 'ਚ ਪੂਰੀ ਤਰ੍ਹਾਂ ਪਾਰੰਗਤ ਹੋ ਜਾਂਦੇ ਹੋ ਕਿ ਕਿਵੇਂ ਬਾਹਰ ਨਿਕਲੀਏ, ਕਿਵੇਂ ਅੰਦਰ ਆ ਜਾਈਏ, ਤੁਸੀਂ ਜਾਣ ਲਿਆ ਕਿ ਕਿਵੇਂ ਪਰਮਾਤਮਾ 'ਚ ਪ੍ਰਵੇਸ਼ ਕਰੀਦਾ ਹੈ, ਕਿਵੇਂ ਵਾਪਸ ਪਰਤੀਦਾ ਹੈ, ਤਦ ਇਸ ਸੰਸਾਰ ਤੇ ਪਰਮਾਤਮਾ ਦੇ ਵਿਚਕਾਰ ਕੋਈ ਵਿਰੋਧ ਨਹੀਂ ਰਹਿ ਜਾਂਦਾ। ਤੁਸੀਂ ਰਹੋ ਇਸ ਸਰੀਰ 'ਚ, ਪਰ ਉਹਦੀ ਸੁਰਤ ਬਣੀ ਰਹਿੰਦੀ ਹੈ। ਮਨ ਦਾ ਧਾਰਨ ਉੱਥੇ ਜੁੜਿਆ ਰਹਿੰਦਾ ਹੈ। ਨਾਨਕ ਕਹਿੰਦੇ ਹੈ ਉਹਦਾ ਨਾਮ ਉਸ ਨਾਲੋਂ ਵੀ ਮਹਾਨ ਹੈ। ਜਿੰਨਾ ਵੱਡਾ ਉਹ ਹੈ, ਉਹ ਆਪ ਹੀ ਆਪਣੇ ਆਪ ਨੂੰ ਜਾਣ ਸਕਦਾ ਹੈ। ਜੇਕਰ ਕੋਈ ਇੰਨਾ ਉੱਚਾ ਹੋਵੇ ਤਾਂ ਵੀ ਉਸ ਉੱਚੇ ਨੂੰ ਜਾਣ ਸਕਦਾ ਹੈ। ਨਾਨਕ ਕਹਿੰਦੇ ਹਨ ਜਿਸ ਉੱਤੇ ਉਹਦੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ, ਉਸੇ ਉੱਤੇ ਉਹਦੀ ਦੇਣ ਤੇ ਉਹਦਾ
ਦਾਨ ਉਤਰਦਾ ਹੈ। ਇਹ ਜ਼ਰਾ ਸਮਝਣ ਯੋਗ ਹੈ, ਜ਼ਰਾ ਜਟਿਲ ਹੈ, ਕਿਉਂਕਿ ਜਗਤ ਵਿੱਚ 2 ਸਾਧਨ ਪੱਧਤੀਆਂ ਹਨ, ਸਿਰਫ 2। ਇੱਕ ਸਾਧਨਾ ਪੱਧਤੀ ਦਾ ਆਧਾਰ ਸੰਕਲਪ ਹੈ, ਇੱਕ ਸਾਧਨਾ ਪੱਧਤੀ ਦਾ ਆਧਾਰ ਸਮਰਪਣ ਹੈ। ਦੋਵੇਂ ਪਹੁੰਚਾ ਦਿੰਦੀ ਹੈ, ਪਰ ਰਾਹ ਦੋਵੇਂ ਬਹੁਤ ਇੱਕ ਦੂਜੇ ਤੋਂ ਉਲਟੇ ਹਨ। ਮਹਾਵੀਰ, ਪਤੰਜਲੀ, ਗੋਰਖ ਇਹਨਾਂ ਦੀ ਸਾਧਨਾ ਪੱਧਤੀ ਸੰਕਲਪ ਦੀ ਹੈ। ਯਤਨ ਕਰਨਾ ਹੈ, ਸੰਪੂਰਨ ਜੀਵਨ ਦੀ ਸ਼ਕਤੀ ਨੂੰ ਯਤਨ ਬਣਾ ਦੇਣਾ ਹੈ। ਜਿਸ ਦਿਨ ਤੁਹਾਡੇ ਅੰਦਰ ਰੱਤੀ ਭਰ ਵੀ ਸ਼ਕਤੀ ਬਚੀ ਨਹੀਂ ਰਹੇਗੀ, ਜਿਸ ਦਿਨ ਤੁਸੀਂ ਆਪਣੇ ਆਪ ਨੂੰ ਪੂਰਾ ਦਾਅ 'ਤੇ ਲਾ ਦਿਓਗੇ, ਉਸੇ ਦਿਨ ਘਟਨਾ ਵਾਪਰ ਜਾਏਗੀ। ਜਿਸ ਦਿਨ ਸੰਕਲਪ ਪੂਰਾ ਹੋ ਜਾਏਗਾ, ਅੰਦਰ ਕੋਈ ਹਿੱਸਾ ਨਹੀਂ ਬਚੇਗਾ, ਕੋਈ ਵੀ ਚੀਜ਼ ਤੁਸੀਂ ਬਚਾਈ ਨਹੀਂ ਹੋਏਗੀ, ਸਭ ਕੁਝ ਦਾਅ 'ਤੇ ਰੱਖ ਦਿੱਤਾ ਹੋਏਗਾ, ਉਸੇ ਦਿਨ ਸੰਕਲਪ ਪੂਰਾ ਹੋ ਜਾਏਗਾ। ਉਸੇ ਦਿਨ ਤੁਸੀਂ ਪਰਮਾਤਮਾ ਨਾਲ ਮਿਲ ਜਾਓਗੇ, ਉਸੇ ਦਿਨ ਘਟਨਾ ਵਾਪਰ ਜਾਏਗੀ। ਦੂਜਾ ਰਾਹ ਹੈ ਸਮਰਪਣ ਦਾ। ਨਾਨਕ, ਮੀਰਾ, ਚੈਤਨਿਆ ਇਹਨਾਂ ਸਾਰਿਆਂ ਦਾ ਰਾਹ ਬਿਲਕੁਲ ਭਿੰਨ ਹੈ। ਉਹ ਰਾਹ ਇਹ ਹੈ ਕਿ ਸਾਡੇ ਯਤਨ ਨਾਲ ਪ੍ਰਾਪਤੀ ਨਹੀਂ ਹੁੰਦੀ, ਉਹਦੇ ਪ੍ਰਸਾਦ ਨਾਲ ਪ੍ਰਾਪਤੀ ਹੁੰਦੀ ਹੈ। ਸਾਡੀ ਕੋਸ਼ਿਸ਼ ਨਾਲ ਕੁਝ ਨਹੀਂ ਹੋਏਗਾ, ਉਹਦੀ ਕਿਰਪਾ ਨਾਲ, ਮਿਹਰ ਨਾਲ ਸਭ ਹੋਏਗਾ। ਇਹਦਾ ਇਹ ਮਤਲਬ ਨਹੀਂ ਕਿ ਤੁਸੀਂ ਯਤਨ ਨਾ ਕਰਨਾ, ਇਹਦਾ ਮਤਲਬ ਇੰਨਾ ਹੀ ਹੈ ਕਿ ਤੁਸੀਂ ਯਤਨ ਉੱਤੇ ਭਰੋਸਾ ਨਾ ਰੱਖਣਾ, ਕੇਵਲ ਯਤਨ ਉੱਤੇ ਭਰੋਸਾ ਨਾ ਰੱਖਣਾ। ਯਤਨ ਤਾਂ ਤੁਸੀਂ ਕਰਨਾ ਹੈ, ਪਰ ਇਹ ਗੱਲ ਚੇਤੇ ਰੱਖਣਾ ਕਿ ਹੋਏਗਾ ਉਹਦੀ ਮਿਹਰ ਨਾਲ। ਇਹ ਬਹੁਤ ਮਹੱਤਵਪੂਰਨ ਹੈ, ਕਿਉਂਕਿ ਜੇਕਰ ਯਤਨ ਦਾ ਹੀ ਭਰੋਸਾ ਹੋਵੇ ਤਾਂ ਹੰਕਾਰ ਦੇ ਜਨਮ ਲੈਣ ਦੀ ਸੰਭਾਵਨਾ ਹੈ। ਇਸ ਲਈ ਹੋ ਸਕਦਾ ਹੈ ਕਿ ਜੋਗੀ ਆਕੜ ਜਾਏ ਤੇ ਸਮਝਣ ਲੱਗ ਪਵੇ ਕਿ ਸਾਰਾ ਕੁਝ ਮੇਰੇ ਕਾਰਨ ਹੋ ਰਿਹਾ, ਜੋ ਵੀ ਹੋ ਰਿਹਾ ਮੈਂ ਕਰ ਰਿਹਾ। ਤੇ ਇਹ ਹੰਕਾਰ ਜੇਕਰ ਬਣ ਜਾਏ ਤਾਂ ਇਸ ਤੋਂ ਛੁਟਕਾਰਾ ਬਹੁਤ ਮੁਸ਼ਕਿਲ ਹੈ। ਧਨ ਦਾ ਹੰਕਾਰ ਛੱਡਣਾ ਆਸਾਨ ਹੈ, ਅਹੁਦੇ ਦਾ ਹੰਕਾਰ ਛੱਡਣਾ ਆਸਾਨ ਹੈ, ਪਰ ਯਤਨ ਦਾ ਹੰਕਾਰ ਛੱਡਣਾ ਬਹੁਤ ਔਖਾ ਹੈ। ਸੋ ਸੰਕਲਪ ਦੇ ਰਾਹ 'ਤੇ ਜਿਹੜਾ ਸਭ ਤੋਂ ਵੱਡਾ ਖਤਰਾ ਹੈ ਉਹ ਇਹ ਹੈ ਕਿ ਕਿਤੇ ਕੋਸ਼ਿਸ਼ ਕਰਦੇ ਕਰਦੇ ਹੰਕਾਰ ਮਜ਼ਬੂਤ ਨਾ ਹੋ ਜਾਏ, ਕਿਤੇ ਅਜਿਹਾ ਨਾ ਲੱਗੇ ਕਿ ਸਭ ਮੇਰੇ ਕੋਲੋਂ ਹੋ ਰਿਹਾ, ਮੈਂ ਕਰ ਰਿਹਾ, ਇਸ ਲਈ ਇਸੇ ਲਈ ਹੋ ਰਿਹਾ, ਮੈਂ ਮਹੱਤਵਪੂਰਨ ਹੋ ਜਾਏਗਾ, ਪਰਮਾਤਮਾ ਵੀ ਗੌਣ ਹੋ ਜਾਏਗਾ। ਤਦ ਸਭ ਕਰਨ ਤੋਂ ਬਾਅਦ, ਸਾਰੇ ਦਰਵਾਜ਼ੇ ਖੋਲ੍ਹਣ ਤੋਂ ਬਾਅਦ ਆਖਰੀ ਦਰਵਾਜ਼ੇ ਉੱਤੇ ਮੈਂ ਅਟਕ ਜਾਏਗਾ। ਇਹ ਖਤਰਾ ਹੈ ਸੰਕਲਪ ਦੇ ਰਾਹ ਦਾ। ਇਸ ਲਈ ਮਹਾਵੀਰ, ਪਤੰਜਲੀ, ਗੋਰਖ ਉਸ ਵਰਗ ਦੇ ਯਾਤਰੀ ਇੱਕ ਗੱਲ ਉੱਤੇ ਬਹੁਤ ਜ਼ੋਰ ਦਿੰਦੇ ਆ ਕਿ ਹੰਕਾਰ ਛੱਡੋ, ਹੰਕਾਰ ਛੱਡੋ, ਯਤਨ ਕਰੋ ਤੇ ਹੰਕਾਰ ਛੱਡੋ। ਕਿਤੇ ਹੰਕਾਰ ਯਤਨਾਂ ਦੇ ਨਾਲ ਟੁਰਿਆ ਤਾਂ ਹਰ ਯਤਨ ਹੰਕਾਰ ਨੂੰ ਮਜ਼ਬੂਤ ਕਰ ਦਿੰਦਾ। ਤੁਸੀਂ ਜੋ ਵੀ ਕਰਦੇ ਹੋ ਉਸ ਤੋਂ ਲੱਗਦਾ ਹੈ ਮੈਂ ਮਜ਼ਬੂਤ ਹੋ ਰਿਹਾ, ਮੈਂ ਕੀਤਾ ਜਪ, ਤਪ, ਯੋਗ, ਮੈਂ ਸਿੱਧੀਆਂ ਪਾਈਆਂ, ਤੇ ਆਕੜ ਜੇਕਰ ਆ ਗਈ ਤਾਂ ਸਭ ਵਿਅਰਥ ਹੋ ਗਿਆ। ਧੰਨਵਾਦ।